ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਮੁਖਾਤਬ ਹਾਂ। ਤੁਹਾਡੇ ਅੱਗੇ ਫਰਿਆਦ ਹੈ। ਦਰਅਸਲ ਬਹੁਤ ਹੀ ਅਹਿਮ ਮਸਲੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਜ਼ਰੂਰੀ ਹੈ, ਪਰ ਸਮਝ ਨਹੀਂ ਆ ਰਹੀ ਕਿ ਸਾਡੀ ਚੇਤਨਤਾ ਕਿਤਨੀ ਸੁੰਨ ਹੋ ਗਈ ਹੈ, ਕਿਤਨਾ ਅਸੀਂ ਨਿਗਾਰ ਵੱਲ ਚਲੇ ਗਏ ਹਾਂ ਕਿ ਗੁਰੂ ਸਾਹਿਬ ਦੀਆਂ ਅਮੋਲਕ ਵਸਤਾਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਲਗਾ ਸਕਦਾ, ਜਿਸ ਨੂੰ ਬੇਸ਼ਕੀਮਤੀ ਕਹਿਣਾ ਵੀ ਕੀਮਤ ਦੇ ਪੈਮਾਨੇ ਤੋਂ ਉੱਤੇ ਚਲਾ ਜਾਂਦਾ ਹੈ, ਪਰ ਗੁਰੂ ਸਾਹਿਬ ਦੀਆਂ ਉਹ ਇਤਿਹਾਸਕ ਵਸਤਾਂ ਖੁਰਦ-ਬੁਰਦ ਹੋ ਰਹੀਆਂ, ਪੰਜਾਬ ਵਿੱਚ ਹੀ ਹੋ ਰਹੀਆਂ। ਇਸ ਦੇ ਬਾਰੇ ਥੋੜ੍ਹੀ ਦੇਰ ਤੱਕ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹ ਪਾਵਨ ਨਿਸ਼ਾਨੀਆਂ ਜਿਹੜੀਆਂ ਗੁਰੂ ਸਾਹਿਬ ਨੇ ਫੂਲਕੀਆਂ ਰਿਆਸਤ ਨੂੰ ਦਿੱਤੀਆਂ ਸੀ, ਔਰ ਉਹ ਮਹਿਲ ਜਿੱਥੇ ਇਹ ਸਾਰਾ ਕੁਝ ਸਾਂਭ ਕੇ ਰੱਖਿਆ ਸੀ, ਉਸ ਮਹਿਲ ਦੇ ਵਿੱਚ ਜਿਹੜੀਆਂ ਨਿਸ਼ਾਨੀਆਂ ਸੀ, ਪਰ ਕੁਝ ਐਸੇ ਵਿਅਕਤੀ ਜਿਨ੍ਹਾਂ ਬਾਰੇ ਸ਼ਾਇਦ ਕੋਈ ਐਡਜੈਕਟਿਵ ਜਾਂ ਵਿਸ਼ੇਸ਼ਣ ਵੀ ਨਹੀਂ ਟੁਕਦਾ, ਉਹਨਾਂ ਨੇ ਉਸ ਨੂੰ ਐਗਰੀਕਲਚਰ ਲੈਂਡ ਕਹਿ ਕੇ ਵੇਚਣ ਦੀ ਕੋਸ਼ਿਸ਼ ਕੀਤੀ, ਵੇਚ ਦਿੱਤੀਆਂ, ਔਰ ਕਾਫੀ ਵਸਤਾਂ ਜਿਹੜੀਆਂ ਉਹਨਾਂ ਦਾ ਥੋ ਟਿਕਾਣਾ ਨਹੀਂ ਮਿਲ ਰਿਹਾ। ਇਸ ਦੇ ਬਾਰੇ ਥੋੜ੍ਹੀ ਦੇਰ 'ਚ ਅਸੀਂ ਗੱਲਬਾਤ ਕਰਾਂਗੇ, ਪਰ ਸਾਡੀ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਕੇਵਲ ਇੱਕ ਪ੍ਰੋਗਰਾਮ ਸਮਝ ਕੇ ਗੱਲ ਨੂੰ ਇੱਥੇ ਹੀ ਨਾ ਮੁਕਾ ਦੇਣਾ। ਤੁਹਾਡਾ ਵਾਹ ਜਿੱਥੇ ਤੱਕ ਲੱਗੇ, ਇਸ ਨੂੰ ਜ਼ਰੂਰ ਆਪਣੇ ਜ਼ਿਹਨ ਵਿੱਚ ਰੱਖੋ, ਔਰ ਜੋ ਕਰ ਸਕਦੇ ਹੋ, ਸਾਡੀ ਗੁਜ਼ਾਰਿਸ਼ ਹੈ ਕਿ ਇਸ ਨੂੰ ਹਰ ਉਪਰਾਲੇ ਕਰੋ ਤਾਂ ਕਿ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਗੁਰੂ ਸਾਹਿਬ ਦੀਆਂ ਵਸਤਾਂ, ਉਹਨਾਂ ਦਾ ਖਜ਼ਾਨਾ, ਉਹਨਾਂ ਦੀ ਅਮਾਨਤ ਜਿਹੜੀ ਸਾਡੀ ਜਨਰੇਸ਼ਨ ਦੇ ਕੋਲ ਹੈ, ਅਸੀਂ ਉਸ ਨੂੰ ਸਾਂਭ ਸਕੀਏ। ਐਸਾ ਨਾ ਹੋਏ ਕਿ ਉਹ ਮੁੜ ਸਾਨੂੰ ਯੂਰਪ ਦੇ, ਅਮਰੀਕਾ ਦੇ ਜਾਂ ਹੋਰ ਮੁਲਕਾਂ ਦੇ ਅਜਾਇਬ ਘਰਾਂ ਦੇ ਵਿੱਚ, ਮਿਊਜ਼ੀਅਮਸ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਣ, ਜਿਵੇਂ ਹੁੰਦਾ ਆ ਰਿਹਾ ਹੈ। ਥੋੜ੍ਹੀ ਦੇਰੀ ਤੱਕ ਇਸ ਦੇ ਬਾਰੇ ਤੁਹਾਡੇ ਨਾਲ ਬਹੁਤ ਗੰਭੀਰਤਾ ਦੇ ਨਾਲ ਗੱਲ ਕਰਾਂਗੇ। ਉਸ ਦੇ ਇਲਾਵਾ NRIs, ਉਹਨਾਂ ਲਈ ਇੱਕ ਚੰਗੀ ਖਬਰ ਹੈ ਕਿ ਪੰਜਾਬ ਸਰਕਾਰ ਨੇ 2 ਬਿੱਲ ਪਾਸ ਕੀਤੇ ਹਨ, ਔਰ ਉਹ NRIs ਦੀਆਂ ਜ਼ਮੀਨਾਂ ਜਾਂ ਜਿਹੜੀਆਂ ਉਹਨਾਂ ਨੇ ਆਪਣੀਆਂ ਜਾਇਦਾਦਾਂ ਕਿਰਾਏ 'ਤੇ ਦਿੱਤੀਆਂ ਹਨ, ਹੁਣ ਉਸ ਨੂੰ ਉਹ ਆਰਾਮ ਨਾਲ ਖਾਲੀ ਕਰਾ ਸਕਣਗੇ। ਕਾਨੂੰਨੀ ਅੜਚਣਾਂ ਨੂੰ ਦੂਰ ਕਰਨ ਲਈ ਬਿੱਲ ਪੰਜਾਬ ਸਰਕਾਰ ਨੇ ਅਸੈਂਬਲੀ ਵਿੱਚ ਪਾਸ ਕੀਤਾ ਹੈ, ਬਿਕਰਮਜੀਤ ਸਿੰਘ ਮਜੀਠੀਆ ਨੇ, ਔਰ ਉਮੀਦ ਹੈ ਕਿ ਇਸ ਦੇ ਨਾਲ ਕਾਫੀ ਰਾਹਤ ਮਹਿਸੂਸ ਕੀਤੀ ਜਾਏਗੀ। ਇਸ ਵਿਸ਼ੇ ਦੇ ਉੱਤੇ ਅਸੀਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਨਦੀਪ ਸਿੰਘ ਸਚਦੇਵਾ, ਉਹਨਾਂ ਦੇ ਨਾਲ ਕੋਸ਼ਿਸ਼ ਹੋਏਗੀ ਜੇ ਅਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕੀਏ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ। ਦਰਅਸਲ ਇਹ ਸਾਰੇ ਦਾ ਸਾਰਾ ਹਫਤਾ ਸ਼ਹਾਦਤਾਂ ਦੀ ਸ਼ੁਰੂਆਤ ਦਾ ਹਫਤਾ ਹੈ। ਸ਼ਹੀਦੀਆਂ ਦੀ ਫਸਲ ਇਸ ਵੇਲੇ ਪਰ ਜੋਬਨ ਤੇ ਹੁੰਦੀ ਹੈ। ਜੇਕਰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਏ, 1984 ਦਾ ਸਾਕਾ ਹੋਏ, ਸਾਕਾ ਸਰਹੰਦ, ਸਾਕਾ ਚਮਕੌਰ, ਔਰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ, ਉਸ ਦੇ ਬਾਅਦ ਪੰਜਾ ਸਾਹਿਬ ਦਾ ਸਾਕਾ, ਇਹ ਸਾਰਾ ਕੁਝ ਇਹਨਾਂ 2 ਮਹੀਨਿਆਂ ਦੇ ਵਿੱਚ ਵਾਪਰਦਾ ਹੈ। ਡੁੱਲੇ ਜਦ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਕਦੀਰ ਬਦਲਦੀ ਕੌਮਾਂ ਦੀ। ਸਾਕਾ ਪੰਜਾ ਸਾਹਿਬ ਇਹ ਵੀ ਇਸੇ ਹਫਤੇ 'ਚ ਜਿਹੜਾ 29 ਅਕਤੂਬਰ ਨੂੰ ਵਾਪਰਿਆ,
और 1922 ਨੂੰ ਜਿਹੜਾ ਪੰਜਾ ਸਾਹਿਬ ਦੇ ਵਿੱਚ ਮਹਾਨ ਸਾਕਾ ਇਹ ਵਾਪਰ ਗਿਆ। दरअसल जिस वेले गुरु के बाग का मोर्चा लगा, गुरु के बाग ते महंतां दा कब्जा सी, पर उसनों दूर करन लई सिंघां ने मोर्चा लाया। बीटी ने उत्थे डांग वराई और इतनी बुरी तरह उसने हर सिख नूं कुटिया जिहड़ा भी उस दे विच शामिल सी कि इंग्लैंड तो जिहड़े ईसाईयत दे वड्डे पादरी सन वो भी उत्थे पहुंचे और उन्होंने कहना पिया कि असी एक ईसा मसीह की शहादत कुर्बानी देखी सी, इत्थे हर टिकण वाला एक ईसा मसीह है। पर सब तो वड्डी गल उन्हां सारियां दे कोल शस्त्र सी, किरपाना सी, पर किसी ने हथ ना चुक्या और केवल सतनाम वाहिगुरू दा जाप करते रहे। इस मोर्चे दे विच बीटी ने एक सिख नूं खुद कुटिया और बहुत इतनी बुरी तरह, क्योंकि वो पहले डांगा मरांदा सी, जदों डिग पैंदे सी उन्हां दे उत्ते घोड़े चढ़ांदा सी, घोड़े दौड़ा दिंदा सी। एक सिख नूं इतनी बुरी तरह कुटिया गया कि वो बिल्कुल बोलण दी, बैठण दी, उठण दी हालत विच नहीं सी। बीटी उसनूं अपने कैंप विच लै गया और ले जाण तो बाद उसने कहा इस दे उत्ते नज़र रखो की कहंदा है, की बोलदा है। सारी रात बहुत परेशानी दे विच उस सिंह ने कट्टी। सवेर वेले जदों उसने अरदास की, उहदे बाद बीटी ने पुछया अपने मातहता नूं इसने की किया है। वो कहन लगे इसने अरदास ये कीती है, हे वाहिगुरू तेरे भाणे अते हुक्म अनुसार 4 पहर रात सुख दी बतीत होई है, दिन चढ़िया है ये भी सुख शांति दा बतीत होए। बीटी ने डांग सुट दी। ये महान कुर्बानियां, पर उस वेले उत्थे जिहड़े कैदी सन, जिहड़े सिंह सन, उन्हां नूं पहलां गोबिंदगढ़ दे किले दे विच रखिया जांदा सी अमृतसर साहब, उस तो बाद दूर दुराडे दीआं जेलां विच भेजिया जांदा सी। जदों एक जथे नूं अटक भेजिया जा रहा सी ਤਾਂ 29 अक्तूबर 1922 ਨੂੰ ਗੱਡੀ कैदी ਸਿੰਘਾਂ ਨਾਲ ਭਰ ਕੇ ਅੰਮ੍ਰਿਤਸਰ ਤੋਂ ਅਟਕ ਕਿਲੇ ਵੱਲ ਭੇਜੀ ਗਈ। ਪੰਜਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਪੰਜਾ ਲਾਇਆ, ਉਸ ਪਹਾੜ ਨੂੰ ਰੋਕਿਆ ਤਾਂ ਉਸ ਥਾਂ ਦੇ ਉੱਤੇ ਸਥਾਨਕ ਸੰਗਤ ਨੇ ਇੱਕ ਨਿਰਣਾ ਕੀਤਾ ਕਿ ਉਹ ਜਿਹੜੀ ਗੱਡੀ ਆ ਰਹੀ ਹੈ ਉਹਦੇ 'ਚ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਏਗਾ। ਪਰ ਉੱਤੋਂ ਸਰਕਾਰ ਦਾ ਹੁਕਮ ਸੀ ਕਿ ਗੱਡੀ ਰੋਕੀ ਨਹੀਂ ਜਾਏਗੀ, किधरे नहीं रुकेगी। उस वेले संगत पटड़ी दे उत्ते बैठ गई। अगे भाई करम सिंह, प्रताप सिंह सन और वो दोनों सिंह अगे सन। गड्डी वाहोदाई आई और उत्तों दी लंघदी हुई बुरी तरह जख्मी करके, पर वो रुक गई। भाई करम सिंह, प्रताप सिंह 3 दिनों बाद 31 अक्तूबर ਨੂੰ शहादत ਦਾ जाम पी गए। और ये जिहड़ी महान शहादत हुई, ये उस दे बाद 1947 तक देश की वंड होण तक उत्थे बहुत वड्डा जोड़ मेल उन्हां दी याद विच लगदा सी, उन्हां शहीदां दा। और रावलपिंडी दे विच लई नदी के किनारे उन्हां दा संस्कार किया गया। गुरदेव सिंह मान ने एक बहुत सुंदर सतरां लिखियां। गुरु नानक साहब नूं मुखातब करके कहंदा, याद रखी ओए पंजे वालिया, जे ना पंजा लाया जग मरदाना मर जाऊ तेरा पत्थर हेठ ते आया। सो ये पहली अज दे दिन उन्हां शहीदां नूं नमस्कार है, पर हुण शहीदियां दा, शहादतां दा जिसनूं कह लिया जाए एक मौसम ही है। तेजा सिंह साबर ने बहुत सुंदर एक गुलदस्ते का जिक्र किया है। शहीदी गुलदस्ते का जिक्र एक बुझारत के रूप में किया है। वो कमाल दे लफज वरतते हैं, कहते हैं सुरगां दे विच बैठियां है सन एक जगह सरकारां दो, वेखण वाले वेख रहे ने बोते एक नुहारां दो,
ਗੱਲਾਂ ਵਿੱਚੋਂ ਗੱਲ ਏ ਨਿਕਲੀ, ਗੱਲ ਏ ਇੱਕ ਵਿਚਾਰਾਂ ਦੋ, ਇੱਕ ਨੇ ਪੰਚਮ ਪਿਤਾ ਪਿਆਰੇ, ਇੱਕ ਉਹਨਾਂ ਦੇ ਪੋਤੇ ਜੋ ਉਸ ਪੋਤੇ ਨੇ ਪੋਤੇ ਲੈ ਲਏ, ਦੋ ਇੱਧਰ ਤੇ ਇੱਧਰ ਦੋ। ਇੱਕ ਨੇ ਪੰਚਮ ਪਿਤਾ ਪਿਆਰੇ, ਇੱਕ ਉਹਨਾਂ ਦੇ ਪੋਤੇ ਜੋ ਗੁਰੂ ਅਰਜਨ ਦੇਵ ਜੀ, ਉਹਨਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ, ਉਸ ਪੋਤੇ ਨੇ ਪੋਤੇ ਲੈ ਲਏ, ਦੋ ਇੱਧਰ ਤੇ ਇੱਧਰ ਦੋ, ਚਾਰ ਸਾਹਿਬਜ਼ਾਦੇ। ਸੋ ਇਹ ਪਹਿਲਾ ਜਿਹੜਾ ਅਸੀਂ ਤੁਹਾਡੇ ਨਾਲ ਸਾਂਝ ਕਰਨੀ ਚਾਹੁੰਦੇ ਹਾਂ। ਦੂਸਰੀ ਜਿਹੜੀ ਵੱਡੀ ਬਹੁਤ ਔਰ ਚਿੰਤਾਜਨਕ ਖਬਰ ਹੈ ਕਿ ਨਾਭੇ ਦੇ ਵਿੱਚ ਹੀਰਾ ਮਹਿਲ ਔਰ ਜਿੱਥੇ ਗੁਰੂ ਸਾਹਿਬ ਦੀਆਂ ਉਹ ਵਸਤਾਂ, ਉਹ ਯਾਦਗਾਰਾਂ ਜਿਹੜੀਆਂ ਗੁਰੂ ਸਾਹਿਬ ਨੇ ਬਖਸ਼ੀਆਂ ਸੀ, ਉਹ ਸਾਰਾ ਕੁਝ ਕੌਮ ਦਾ ਇੱਕ ਅਮਾਨਤ ਸੀ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਨਾਭਾ ਉਸ ਸ਼ਾਹੀ ਪਰਿਵਾਰ ਦੇ ਹੀ ਇੱਕ ਰੁਕਨ ਹਨਵੰਤ ਸਿੰਘ ਮਾਲਵਿੰਦਰ ਬਹਾਦਰ ਨੇ ਇੱਕ ਸਥਾਨਕ ਇੰਡਸਟਰੀਲਿਸਟ ਓਮ ਪ੍ਰਕਾਸ਼ ਜਿੰਦਲ ਦੇ ਨਾਲ ਮਿਲ ਕੇ ਔਰ ਕੁਝ ਵਕੀਲਾਂ ਨਾਲ ਮਿਲ ਕੇ ਝੂਠੇ ਦਸਤਾਵੇਜ਼ ਬਣਾ ਕੇ ਉਹਨਾਂ ਨੇ ਉਹ ਜ਼ਮੀਨਾਂ ਵੇਚ ਦਿੱਤੀਆਂ। ਵੈਸੇ ਸਰਕਾਰ ਵੱਲੋਂ ਇਸ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ, ਪਰ ਅੱਜ ਜਿੰਦਲ ਅਤੇ ਹੋਰ ਵੀ ਉਸ ਦੇ ਵਿੱਚ ਉਹਨਾਂ ਨੂੰ ਕੈਦ ਵੀ ਅਰੈਸਟ ਕਰ ਲਿਆ ਗਿਆ। ਪਰ ਜਿੰਦਲ ਭਾਰਤੀ ਜਨਤਾ ਪਾਰਟੀ ਦੇ ਕਈ ਮੰਤਰੀਆਂ ਦੇ ਬਹੁਤ ਹੀ ਉਹਨਾਂ ਦੇ ਨੇੜਲੇ ਸੰਬੰਧ ਹਨ ਔਰ ਹੁਣ ਦੇਖਣ ਵਿੱਚ ਆਏਗਾ ਕਿ ਇਹ ਕਿਸ ਕਿਸਮ ਨਾਲ ਇਸ ਦਾ ਅੱਗੋਂ ਕੀ ਹੁੰਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਇਤਿਹਾਸਕ ਵਸਤਾਂ ਗੁਰੂ ਸਾਹਿਬ ਦੀਆਂ ਚੋਰੀ ਹੋਈਆਂ ਜਾਂ ਕਰ ਦਿੱਤੀਆਂ ਗਈਆਂ, ਉਹਨਾਂ ਦਾ ਕੀ ਬਣੇਗਾ। ਪਰ ਇਸ ਦੇ ਵਿੱਚ ਇੱਕ ਦਾਤ ਦੇਣੀ ਪਏਗੀ। ਇੱਕ ਸਧਾਰਨ ਵਿਅਕਤੀ ਸਰਦਾਰ ਗੁਰਮੇਲ ਸਿੰਘ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਉਹਨਾਂ ਨੇ ਕਾਫੀ ਸਾਲਾਂ ਦੀ ਜਦੋਜਹਿਦ ਦੇ ਬਾਅਦ ਇਹ ਸਾਰੀ ਦੀ ਸਾਰੀ ਜਿਹੜੀ ਜਾਣਕਾਰੀ ਸੀ ਉਹਨਾਂ ਨੇ ਇਸ ਨੂੰ ਕੱਢਿਆ ਔਰ ਉਸ ਦੇ ਬਾਅਦ ਵਕੀਲ ਜਿਹੜੇ ਉਹਨਾਂ ਦੇ ਹਨ ਰਮੇਸ਼ ਚੰਦ, ਹਨਵੰਤ ਸਿੰਘ ਔਰ ਅਭਿਸ਼ੇਕ ਜਿੰਦਲ, ਵਿਵੇਕ ਜਿੰਦਲ, ਵਿਕਾਸ ਜਿੰਦਲ, ਗੌਰਵ ਜਿੰਦਲ, ਸੌਰਵ ਜਿੰਦਲ, ਇਹਨਾਂ ਸਾਰਿਆਂ ਦੇ ਉੱਤੇ ਮੁਕੱਦਮੇ ਦਰਜ ਹੋਏ ਹਨ। ਜਿਹੜੀਆਂ ਗੁਰੂ ਸਾਹਿਬ ਦੀਆਂ ਮੌਲਿਕ ਵਸਤਾਂ ਉੱਥੇ ਸਨ, ਇਹ ਤਾਂ ਹੁਣ ਪਤਾ ਲੱਗੇਗਾ ਉਹਨਾਂ ਵਿੱਚੋਂ ਕਿਹੜੀਆਂ ਹਨ ਕਿ ਨਹੀਂ ਹਨ। ਪਰ ਇਹ ਲਿਸਟ, ਇਹਨਾਂ ਦੀ ਲਿਸਟ ਜੋ ਹੈ ਉਹ ਕਈ ਥਾਵੇਂ ਮੌਜੂਦ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਵੀ ਇਹਨਾਂ ਨੂੰ ਅੰਕਿਤ ਕੀਤੀਆਂ ਔਰ ਹੋਰ ਇਤਿਹਾਸਕ ਵਿੱਚ ਦਸਤਾਵੇਜ਼ਾਂ 'ਚ ਅੰਕਿਤ ਹੈ, ਜਿਨ੍ਹਾਂ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਚੋਲਾ ਹੈ, ਇੱਕ ਗੁਰੂ ਕਲਗੀਧਰ ਪਿਤਾ ਦਾ ਹੁਕਮਨਾਮਾ ਹੈ, ਜਿਹੜਾ ਅਸਲੀ ਹੁਕਮਨਾਮਾ ਪਟਿਆਲੇ ਹੈ ਪਰ ਉਸ ਦੀ ਨਕਲ ਇੱਥੇ ਨਾਭੇ ਸੀ। ਔਰ ਇਸ ਦੇ ਵਿੱਚ ਚਾਰ ਚੀਜ਼ਾਂ ਪੀਰ ਬੁੱਧੂ ਸ਼ਾਹ ਬਦਰੁਦੀਨ ਸਾਹਿਬ, ਜਿਨ੍ਹਾਂ ਦੇ ਮਹਾਨ ਕੁਰਬਾਨੀ ਹੈ ਗੁਰੂ ਸਾਹਿਬ ਦੇ ਨਾਲ, ਉਹਨਾਂ ਨੇ ਕੁਰਬਾਨੀ ਕੀਤੀ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਲੜੇ, ਜਿਹਦੇ ਵਿੱਚ ਇੱਕ ਦਸਤਾਰ ਹੈ ਗੁਰੂ ਕਲਗੀਧਰ ਪਿਤਾ ਦੀ ਜੋ ਸਤਿਗੁਰੂ ਜੀ ਨੇ ਭੰਗਾਣੀ ਦੇ ਜੰਗ ਪਿੱਛੋਂ ਪੀਰ ਬੁੱਧੂ ਸ਼ਾਹ ਨੂੰ ਬਖਸ਼ੀ ਸੀ। ਦਸਤਾਰ ਦੇ ਨਾਲ ਕੰਘਾ ਜਿਸ ਦੇ ਵਿੱਚ ਵਾਹੇ ਹੋਏ ਕੇਸ ਵੀ ਹਨ ਗੁਰੂ ਕਲਗੀਧਰ ਪਿਤਾ ਦੇ, ਔਰ ਉਸ ਦੇ ਨਾਲ ਦਸਤਾਰ ਦੇ ਨਾਲ ਇੱਕ ਕਰਦ ਜੋ ਤਕਰੀਬਨ 3.5 ਇੰਚ ਲੰਬੀ ਹੈ। ਇਸ ਦੇ ਇਲਾਵਾ ਗੁਰੂ ਸਾਹਿਬ ਦਾ ਇੱਕ ਕੋਰੜਾ, ਗੁਰੂ ਤੇਗ ਹਰਗੋਬਿੰਦ ਸਾਹਿਬ ਜੀ ਦਾ ਇੱਕ ਤੇਗਾ, ਗੁਰੂ ਕਲਗੀਧਰ ਪਿਤਾ ਜੀ ਦਾ ਇੱਕ ਖੰਡਾ ਜਿਹੜਾ ਜਿਸ ਦੇ ਉੱਤੇ ਸ੍ਰੀ ਭਗਉਤੀ ਜੀ ਸਹਾਏ ਲਿਖਿਆ ਹੈ। ਇਸ ਦੇ ਇਲਾਵਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਜਿਹੜੀਆਂ ਸ੍ਰੀ ਸਾਹਿਬ ਹੈ ਜਿਸ ਦੇ ਉੱਤੇ ਪਾਠ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਕੇ ਕਮਰ ਕੀ ਤਲਵਾਰ ਹੈਗੀ, ਬੱਧੇ ਤੇਗ ਤੇ ਜਾਂ ਤੇਗ ਤੇ, ਔਰ ਕਬਜ਼ੇ ਦੇ ਉੱਤੇ ਲਿਖਿਆ ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਏ ਹੋਵੇ। ਇਸ ਦੇ ਇਲਾਵਾ ਇੱਕ ਸ੍ਰੀ ਸਾਹਿਬ ਹੈ ਜੋ ਗੁਰੂ ਸਾਹਿਬ ਨੇ ਰਾਏ ਕੱਲੇ ਨੂੰ ਬਖਸ਼ੀ ਸੀ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਖੰਜਰ ਜਿਹੜਾ ਗੁਰੂ ਸਾਹਿਬ ਬਾਲ ਅਵਸਥਾ ਵਿੱਚ ਸਜਾਉਂਦੇ ਸੀ, ਔਰ ਉਸ ਦੇ ਉੱਤੇ ਲਿਖਿਆ ਇੱਕ ਓਂਕਾਰ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਏ, ਤੁਹੀ ਖੜਗ ਤਾਰਾ ਤੁਹੀ ਬਾੜਵਾਰੀ, ਤੁਹੀ ਤਰਵਾਰ ਕਾਤੀ ਕਟਾਰੀ, ਹਲੱਬੀ ਜਨੱਬੀ ਮਗਰਬੀ ਤੂਹੀ, ਨਿਹਾਰੋ ਜਹਾਂ ਆਪ ਠਾਡੀ ਵਹੀਂ। ਇਸ ਦੇ ਇਲਾਵਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਢਾਲੇ ਦੇ 2 ਫੁੱਲ ਹਨ,
और गुरु कलगीधर पिता दे तीर दियां मुखियां हन। इस दे अलावा एक पुस्तक है जिस विच चरित्रां दा वर्णन है और भाई तारा सिंह कवि के मुताबक ये गुरु कलगीधर पिता का लिखिया है। महाराजा नाभा राजा भरपूर सिंह जी ने उस समय अज तो तकरीबन 100 साल पहला 2000 रुपये दे विच नगद अते 200 रुपया सालाना जगीर दे के ये पुस्तक प्राप्त की सी। एक पासे इतना कुछ दे के गुरु साहब दीयां वस्तां नूं सांभण दी गल है और दूसरे पासे जो कुछ अज हो रहा है इस दे उत्ते साडी तुहानूं बेनती है कि जिथे तक तुसी कर सकते हो श्रोमणी कमेटी, पंजाब सरकार और हर एक नूं जिथे भी तुहाडी पहुँच है ये जरूर सुनिश्चित कराओ कि गुरु साहब दीयां सारियां वस्तां बिल्कुल सही होणियां चाहीदियां और उसका कोई पक्का प्रबंध होना चाहिए कि कित्थे रखियां जाण। समा है एक छोटे जे वक्फे दा, उहदे बाद मुड़ हाज़र होवांगे ते तुहाडे नाल मुख विषय दे उत्ते गल करांगे। गेट पंजाबी दे दानश्वर दर्शकां ते सुचेत ਸਰੋਤਾ जनां दा वखरे विद निੱਘਾ स्वागत है। जिवें तुहाडे नाल असीं गलबात कीती, सानूं बहुत प्रसन्नता है कि साडे नाल जिहड़ा नवां पंजाब रेवन्यू मिनिस्टर बिक्रमजीत सिंह मजीठिया ने कल जो बिल पेश किया और जिहड़ा असैंबली दे विच पास होया पंजाब नॉन रेजिडेंट इंडियंस नूं मदद देण दे लई पंजाब टेनेंसी एंड एग्रीकल्चर लैंड अमेंडमेंट बिल, उहदे बारे उसका मतलब की है, पंजाबियां नूं कित्थे तक मदद देगा, कित्थे तक सहाई होएगा, उन्हां दे हक्कां नूं कित्थे तक सुरक्षित कर सकेगा। साडे नाल जलंधर तो डिस्ट्रिक्ट बार एसोसीएशन के प्रधान मनदीप सिंह सचदेवा साडे नाल लाइन के उत्ते जुड़े हैं। मनदीप जी, गेट पंजाबी नहीं अमरीका ते कैनेडा के दर्शकों के रूबरू होने लई तुहाडा निੱਘਾ स्वागत है। जी आयां नूं ते सत श्री अकाल। सत श्री अकाल जी, मैनू बड़ी खुशी है कि तुसी मैनू चूज किया है सारी इंटरव्यू वास्ते जी, और मैं सारे बधाई दिंदा हाँ। और हिंदुस्तान के जिहड़े नवे एक्ट पास हो रहे हैं सारे NRIs वास्ते है जी, और आके हिंदुस्तान दे विच एडजस्ट करो और मैं अज तुहानूं दसांगा एक्ट जी। मनदीप जी, ये जिहड़ा एक्ट है इहदे बारे कुछ आम सधारण जिहड़े इत्थे जिन्हां दी कोई लीगल बैकग्राउंड नहीं है उन्हां बारे इस एक्ट दे सैलीएंट फीचर्स की है, कित्थे तक उन्हां दी मदद करेगा ते इहदी लोड़ क्यों पई, इहदे बारे दसोगे तुसी कि ये की चीज़ हैगी? सब तो पहले इहदी लोड़ इसलिए पई कि हिंदुस्तान दे विच NRIs दीयां प्रॉपर्टीज कोई इन्नियां सेफ नहीं जी, क्योंकि जिद्दां जिद्दां हालात खराब हो रहे थे जी, जिद्दां खराब हो रहे थे लोग इत्थे कब्जे कर रहे थे, काफी साल लग जाते थे NRIs नूं अपनी प्रॉपर्टी खाली करांदे जी, और फिर बाहरों हिंदुस्तान आके इत्थे रहना, रह के लिटिगेशन लड़ना बड़ी महंगी पैंदी सी जी। इसलिए गवर्नमेंट ने पिछले 5-7 साल दे विच जदों NRIs नाल सारी उन्होंने अपनी प्रॉब्लम दसियां, गवर्नमेंट अलग अलग तरीके दे नाल कोशिश कर रही थी कि पावर्स जिहड़ियां ने वो ऐसियां दित्तियां जान कोर्ट्स नूं ताकि इमीडिएट रिलीफ मिले जी जी। उन्हां दे दौरान जो इमीडिएट रिलीफ मिलण विच शुरू उन्होंने किया, पहला ईस्ट पंजाब अर्बन रेंट एक्ट दिता जी, पंजाब सिक्योरिटी ऑफ लैंड टेन्योर्स एक्ट दिता, हुण थोड़ा जिहा ज्यादा उन्होंने इसनूं कर रहे ने स्ट्रॉन्ग कि SDM दे कोल टेनेंट का कोई डिफेंस ना हो जी जी जी। जो कोई NRI आके अपनी प्रॉपर्टी वापस लैन वास्ते केस करे जी तो इमीडिएटली रिलीफ मिलना चाहिए, ठीक है, ਜਿਹੜੇ ਡਿਲੇ ਕਰਨ ਦੇ ਤਰੀਕੇ ਆ ਉਹਦੇ ਨਾਲ ਡਿਲੇ ਨਹੀਂ ਹੋਣਾ ਚਾਹੀਦਾ ਕਿ जी 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 जी। ਤੇ ਇਹ ਜਿਹੜੀ ਹੈ ਇਹ ਐਕਟ ਲਾਗੂ ਹੋਏਗਾ ਐਗਰੀਕਲਚਰ ਔਰ ਨਾਨ ਐਗਰੀਕਲਚਰ ਤੇ ਅਰਬਨ ਪ੍ਰਾਪਰਟੀ ਐਂਡ ਕਮਰਸ਼ੀਅਲ ਪ੍ਰਾਪਰਟੀ ਹਰ ਪ੍ਰਾਪਰਟੀ ਤੇ ਲਾਗੂ ਹੋਏਗਾ? ਨਹੀਂ, ਇਹ ਜਿਹੜਾ ਇਹ ਐਗਰੀਕਲਚਰਲ ਜਾਂ ਜਿਹੜੀ ਪਿੰਡਾਂ ਦੀ ਪ੍ਰਾਪਰਟੀ ਤੇ ਲਾਗੂ ਹੋਏਗਾ ਕਿਉਂਕਿ ਸ਼ਹਿਰ ਦੀ ਜਿਹੜੀ ਪ੍ਰਾਪਰਟੀ ਹੈ ਉਸ ਦੇ ਉੱਤੇ ਤਾਂ ਪੰਜਾਬ ਰੈਂਟ ਐਕਟ ਲੱਗੇਗਾ। अच्छा, पंजाब रेंट एक्ट के बारे साडी पंजाब दे विच थोड़ी एजुकेशन चल रही है, हाँ हाँ, वो NRIs बारे एजुकेशन नहीं है जी, वो एजुकेशन इस बारे है कि ਉਹਦੇ ਵਿੱਚ ਜਿਹੜੀਆਂ ਪਾਵਰਸ ਨੇ ਜੁਡੀਸ਼ੀਅਲ ਕੋਰਟਸ ਤੋਂ ਪਾਵਰ ਲੈ ਕੇ जी
ਇਹ ਸਾਰੀਆਂ ਪਾਵਰਸ ਉਹ ਰੈਵਨਿਊ ਕੋਰਟਸ ਨੂੰ ਦੇ ਰਹੇ ਨਹੀਂ, ਨੇ। ਉਹਦੇ ਤੇ ਮੈਂ ਤੁਹਾਡੇ ਨਾਲ ਥੋੜੀ ਦੇਰੀ ਤੱਕ ਗੱਲਬਾਤ ਕਰਾਂਗਾ, ਉਹ ਵੀ ਬਹੁਤ ਇੱਕ ਅਹਿਮ ਮਸਲਾ ਹੈ। ਉਹ ਤੁਹਾਡਾ ਜੁਰਿਸਡਿਕਸ਼ਨ, ਅਦਾਲਤਾਂ ਦੀ ਜੁਰਿਸਡਿਕਸ਼ਨ ਹੀ ਖਤਮ ਕੀਤੀ ਜਾ ਰਹੀ ਹੈ, ਉਹਦੇ ਬਾਰੇ ਕਰਦੇ ਹਾਂ। ਪਰ ਇਹ ਜਿਹੜਾ ਫਿਰ ਹੈਗਾ, ਇਹਦਾ ਮਤਲਬ ਸਿਰਫ ਐਗਰੀਕਲਚਰ ਜ਼ਮੀਨਾਂ ਜਿਹੜੀਆਂ ਹੈਗੀਆਂ, ਐਗਰੀਕਲਚਰਲ ਲੈਂਡ ਔਰ ਰੂਰਲ ਪ੍ਰਾਪਰਟੀਜ਼ ਤੇ ਲੱਗਣਗੇ, ਜਿਨ੍ਹਾਂ ਦੇ ਵਿੱਚ ਮਿਊਨਿਸਪਲ ਕਮੇਟੀ ਜਾਂ ਮਿਊਨਿਸਪਲ ਕਾਰਪੋਰੇਸ਼ਨਸ ਨਹੀਂ ਹੈ। ਅੱਛਾ। ਸੋ ਬੜਾ ਦਾਇਰਾ ਇਹਨਾਂ ਦਾ ਲਿਮਿਟਿਡ ਹੋ ਗਿਆ। ਪਰ ਦੂਸਰੇ ਪਾਸੇ ਮਨਦੀਪ ਜੀ, ਜਿਸ ਤਰੀਕੇ ਦੇ ਨਾਲ ਗਵਰਨਮੈਂਟ ਦਾ ਕਾਨੂੰਨ ਹੈ, ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਡਾਇਰੈਕਸ਼ਨਸ ਹੈ ਔਰ ਇੰਸਟਰਕਸ਼ਨਸ ਹੈਗੀਆਂ ਕਿ NRI ਐਗਰੀਕਲਚਰ ਲੈਂਡ ਪ੍ਰਾਪਰਟੀ ਨਵੀਂ ਖਰੀਦ ਹੀ ਨਹੀਂ ਸਕਦਾ। ਇਸ ਦਾ ਮਤਲਬ ਤਾਂ ਹੋ ਗਿਆ ਕਿ ਉਹ ਐਗਜ਼ਿਸਟਿੰਗ ਪ੍ਰਾਪਰਟੀਜ਼ ਤੱਕ ਹੀ ਮਹਿਦੂਦ ਰਹਿ ਜਾਏਗਾ, ਜਿਹੜੀਆਂ ਹੌਲੇ ਫਿਰ ਇਹ ਗੱਲ ਮੁੱਕ ਜਾਏਗੀ। ਹਾਂਜੀ, ਇਹਦੇ ਵਿੱਚ ਇੱਕ ਤਾਂ ਸਾਇਲੈਂਟ ਫੀਚਰ ਹੈਗਾ ਜੀ, 5 ਸਾਲ ਤੁਹਾਨੂੰ ਮਾਲਕ ਹੋਣਾ ਚਾਹੀਦਾ। ਸੋ NRI ਜਿਹੜੀ ਐਗਰੀਕਲਚਰ ਲੈਂਡ ਇਨਹੈਰਿਟ ਕਰਦੇ ਨੇ ਜਾਂ ਜਿਹੜੀ ਪਹਿਲਾਂ ਖਰੀਦੀ ਹੋਈ ਹੈ ਉਸ ਸਰਕੂਲਰ ਤੋਂ ਪਹਿਲਾਂ ਜੀ, ਉਹ ਤਾਂ ਉਹ ਪ੍ਰਾਪਰਟੀ ਜਿਹੜੀ ਹੈ ਉਹ NRI ਕੋਲ ਆ। ਅੱਜ ਤੋਂ ਬਾਅਦ ਇੱਕ ਸਰਕੂਲਰ ਆ ਗਿਆ ਰਿਜ਼ਰਵ ਬੈਂਕ ਕਿ ਐਗਰੀਕਲਚਰ ਲੈਂਡ NRI ਨਹੀਂ ਖਰੀਦ ਸਕਦਾ, ਜੋ ਕਿ ਗਲਤ ਸਰਕੂਲਰ ਹੈ, ਜਿਸ ਨੂੰ ਅਲਟਰਾ ਵਾਇਰਸ ਕਰਕੇ ਚੈਲੰਜ ਕਰਨਾ ਚਾਹੀਦਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਜੀ। ਬਟ ਕਿਉਂਕਿ ਉਹਦੇ ਨਾਲ ਤੁਹਾਡੇ ਰੂਟਸ ਖਤਮ ਹੋ ਰਹੇ ਨੇ, ਜ਼ਿਆਦਾਤਰ ਲੋਕ ਰੂਰਲ ਬੈਕਗ੍ਰਾਉਂਡਸ ਚੋਂ ਬਾਹਰ ਗਏ ਹੋਏ ਨੇ ਜੀ, ਜੇ ਉਹ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦੇ ਉਹ ਗਲਤ ਹੈ। ਹਾਂਜੀ, ਬਟ ਉਹੀ ਮੈਂ ਤੁਹਾਨੂੰ ਦੱਸ ਰਿਹਾ, ਦਾ ਦਾਇਰਾ ਜਿਹੜਾ ਹੈ, ਜਿਹੜੀ ਇਨਹੈਰਿਟਡ ਪ੍ਰਾਪਰਟੀ ਜਾਂ ਆਲਰੇਡੀ ਜਿਹੜੀ ਤੁਸੀਂ ਟੈਨੈਂਟ ਲੈਟ ਆਊਟ ਕੀਤੀ ਹੋਈ ਪ੍ਰਾਪਰਟੀ, ਉਹਨਾਂ ਤੇ ਲੱਗੇਗਾ ਜੀ। ਤੇ ਇਹਦੇ ਚ ਇੱਕ ਦੱਸੋਗੇ ਮਨਦੀਪ ਜੀ, ਕਿਉਂਕਿ ਦੋ ਕਿਸਮ ਦੇ ਕੇਸ ਹੈ। ਇੱਕ ਤਾਂ ਜਿਹੜੀ ਜ਼ਮੀਨ ਪੱਟੇ ਤੇ ਦਿੱਤੀ ਹੈ ਲੋਕਾਂ ਨੇ, ਤੁਹਾਡਾ ਕਹਿਣ ਦਾ ਮਤਲਬ ਹੈ ਉਹ ਖਾਲੀ ਕਰਾਈ ਜਾ ਸਕੇਗੀ, ਪਰ ਦੂਸਰੇ ਪਾਸੇ ਜੀ, ਪਰ ਦੂਜੇ ਪਾਸੇ ਜਿੱਥੇ ਫਰਾਡ ਦੇ ਨਾਲ, ਧੋਖੇ ਦੇ ਨਾਲ, ਕੋਈ ਗਲਤ ਪਾਵਰ ਆਫ ਅਟਾਰਨੀ ਦੇ ਨਾਲ ਗਲਤ ਬੰਦਾ ਖੜਾ ਕਰਕੇ ਜਿਹੜੀ ਜਾਇਦਾਦ ਕੋਈ ਦੂਜਾ ਕਬਜ਼ਾ ਹੋ ਜਾਂਦਾ ਹੈ, ਇਸ ਦੇ ਚ ਇਸ ਐਕਟ ਨਾਲ ਉਹਦੇ ਚ ਤੇ ਕੋਈ ਮਦਦ ਨਹੀਂ ਮਿਲੇਗੀ। ਨਹੀਂ, ਉਸ ਚੀਜ਼ ਵਿੱਚ ਤਾਂ ਤੁਹਾਨੂੰ ਕੋਈ ਮਦਦ ਨਹੀਂ ਮਿਲੇਗੀ NRI ਨੂੰ ਜੀ। ਹਾਂ, ਜਿਸ ਕੇਸ ਦੇ ਵਿੱਚ ਇਹ ਪ੍ਰੂਵ ਹੋ ਜਾਏ ਕਿ ਉਹ ਇਲੀਗਲ ਕਬਜ਼ੇ 'ਚ ਬੈਠਾ ਹੈ ਜੀ, ਬਿਲਕੁਲ। ਕਬਜ਼ੇ ਦਾ ਮਤਲਬ ਹੋਇਆ ਹਾਂਜੀ, ਜਿੱਦਾਂ ਪਹਿਲਾਂ ਤੁਹਾਡੇ ਕੋਲ ਪੱਟੇ ਤੇ ਸੀਗਾ, ਹਾਂਜੀ, ਪੱਟੇ ਤੋਂ ਜਦੋਂ ਖਤਮ ਹੋ ਗਿਆ ਉਹਨਾਂ ਆਪਣਾ ਕਬਜ਼ਾ ਕੰਟੀਨਿਊ ਰੱਖਿਆ ਜੀ, ਜਾਂ ਜਿੱਦਾਂ ਤੁਸੀਂ ਬਾਹਰ ਬੈਠੇ ਹੋ ਖਾਲੀ ਪ੍ਰਾਪਰਟੀ ਪਈ ਹੈ ਉਹ ਵਾਹ ਦਿੱਤੀ ਹਾਂਜੀ। ਪਰ ਜਿੱਥੇ ਫੋਰਜਰੀ ਹੋ ਕੇ ਕੋਈ ਐਸੀ ਸੇਲ ਡੀਡ ਤਿਆਰ ਕਰ ਲਈ ਹੈ, ਉਹਦੇ ਵਾਸਤੇ ਇਹ ਐਕਟ ਲਾਗੂ ਨਹੀਂ ਹੋਏਗਾ, ਕਿਉਂਕਿ ਉੱਥੇ ਫਿਰ ਸਿਵਲ ਕੋਰਟ ਦੀ ਜੁਰਿਸਡਿਕਸ਼ਨ ਆ ਜਾਂਦੀ ਹੈ ਜੀ ਕਿ ਸਿਵਲ ਕੋਰਟ ਅਲਟੀਮੇਟਲੀ ਹੋਲਡ ਕਰੇਗਾ ਕਿ ਉਸ ਪ੍ਰਾਪਰਟੀ ਜਿਹੜੇ ਜਾਲੀ ਕਾਗਜ਼ ਬਣਾ ਕੇ ਕਬਜ਼ਾ ਕੀਤਾ ਹੈ ਉਹ ਜਾਲੀ ਕਾਗਜ਼ ਹੈ ਜਾਂ ਜੈਨੂਇਨ ਕਾਗਜ਼ ਹੈ। ਤੁਸੀਂ ਨਹੀਂ ਸਮਝਦੇ ਕਿ ਜਿਹੜੀ ਇਹ ਅਗਰ ਕੋਈ ਰਿਆਇਤ ਜਾਂ ਮਦਦ ਜਾਂ ਇੱਕ ਗੁੱਡਵਿਲ ਜੈਸਚਰ ਹੈ, ਪਰ ਉਸ ਨੂੰ ਕੇਵਲ ਐਗਰੀਕਲਚਰ ਲੈਂਡ ਤੱਕ ਮਹਿਦੂਦ ਕਰ ਦੇਣਾ, ਕੀ ਇਹ ਦੂਜੀਆਂ ਪ੍ਰਾਪਰਟੀਜ਼, ਅਰਬਨ ਪ੍ਰਾਪਰਟੀਜ਼ ਜਾਂ ਬਿਜ਼ਨਸ ਪ੍ਰਾਪਰਟੀਜ਼ ਤੇ ਲਾਗੂ ਨਹੀਂ ਹੋ ਜਾਣੀ ਚਾਹੀਦੀ? ਇਹਦੇ ਲਈ ਉਪਰਾਲਾ ਨਹੀਂ ਹੋਣਾ ਚਾਹੀਦਾ? ਨਹੀਂ ਲਾਂਬਾ ਸਾਹਿਬ, ਅਸਲ ਵਿੱਚ ਕੀ ਹੈ ਕਿ ਇਹ ਦੋ ਐਕਟ ਵਾਲੀ ਲਾਗੂ ਕੀਤੀ ਹੈ ਉਹਨਾਂ ਨੇ ਹਾਂਜੀ, ਪੰਜਾਬ ਲੈਂਡ ਰੈਵਨਿਊ ਐਕਟ ਤੇ ਪੰਜਾਬ ਸਿਕਿਉਰਿਟੀ ਆਫ ਟੈਨਵਰਸ ਐਕਟ ਜੀ। ਇਹ ਐਕਟ ਹੈ ਹੀ ਰੂਰਲ ਲੈਂਡਸ ਵਾਸਤੇ ਹੈ। ਓਕੇ ਅਰਬਨ ਲੈਂਡਸ ਵਾਸਤੇ ਰਾਈਟ ਨਾਓ ਈਸਟ ਪੰਜਾਬ ਅਰਬਨ 26 ਤੱਕ ਚੱਲ ਰਿਹਾ, ਜਿਹਦੇ ਵਿੱਚ ਪ੍ਰੋਵੀਜ਼ਨ 13B ਹੈਗੀ ਆਲਰੇਡੀ NRIs ਵਾਸਤੇ ਇਮੀਡੀਏਟ ਪੋਜੈਸ਼ਨ। ਅੱਛਾ, ਠੀਕ ਹੈ। ਹੁਣ ਪੰਜਾਬ ਗਵਰਨਮੈਂਟ ਉਹਨੂੰ ਅਮੈਂਡਮੈਂਟ ਕਰ ਰਹੀ ਹੈ, ਪੰਜਾਬ ਰੈਂਟ ਕੰਟਰੋਲ ਐਕਟ ਕਰ ਰਹੀ ਹੈ। ਅੱਛਾ ਜੀ, ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ। ਠੀਕ, ਉਹ ਅਰਬਨ ਪ੍ਰਾਪਰਟੀਜ਼ ਤੇ ਉਹੀ ਐਕਟ ਲੱਗੇਗਾ ਜੀ। ਠੀਕ ਹੈ ਮਨਦੀਪ ਜੀ, ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਉਸ ਤੋਂ ਬਾਅਦ ਜਿਹੜਾ ਤੁਹਾਡਾ ਦੂਜਾ ਮੁੱਦਾ ਹੈ ਕਿ ਅਦਾਲਤਾਂ ਦੇ ਦਾਇਰੇ ਤੋਂ ਕੱਢ ਕੇ ਉਸ ਨੂੰ ਐਗਜ਼ੀਕਿਊਟਿਵ ਦੇ ਕੋਲ ਟ੍ਰਾਂਸਫਰ ਕਰਨ ਦੀ ਜਿਹੜੀ ਗੱਲ ਹੋ ਰਹੀ ਹੈ ਔਰ ਜਿਹੜਾ ਕਾਫੀ ਹਿੱਤਾਂ ਦੇ ਉੱਤੇ ਨੁਕਸਾਨ ਕਰ ਸਕਦਾ ਹੈ। ਇੱਕ ਵਕਫੇ ਦੇ ਬਾਅਦ ਤੁਹਾਡੇ ਨਾਲ ਉਸ ਦੇ ਉੱਤੇ ਗੱਲ ਕਰਦੇ ਹਾਂ। ਕਿਰਪਾ ਕਰਕੇ ਤੁਸੀਂ ਲਾਈਨ ਤੇ ਬਣੇ ਰਹਿਣਾ। ਬਿਲਕੁਲ, ਸ਼ੁਕਰੀਆ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਜਲੰਧਰ ਤੋਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਮਨਦੀਪ ਸਿੰਘ ਸਚਦੇਵਾ ਲਾਈਨ ਦੇ ਉੱਤੇ ਹਨ ਔਰ ਜਿਹੜੇ ਨਵੇਂ ਐਕਟ ਪਾਸ ਕੀਤੇ, ਬਿੱਲ ਪਾਸ ਹੋਏ ਹਨ, ਪੇਸ਼ ਹੋਏ ਹਨ, ਪੰਜਾਬ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਅਮੈਂਡਮੈਂਟ ਬਿੱਲ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਨ ਔਰ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹਨ। ਮਨਦੀਪ ਜੀ, ਇੱਕ ਚੀਜ਼ ਦੱਸੋ, ਇਹ ਤਾਂ ਤੁਸੀਂ ਦੱਸ ਦਿੱਤਾ ਕਿ
ਸ਼ਹਿਰੀ ਪ੍ਰਾਪਰਟੀ ਤੇ ਲਾਗੂ ਨਹੀਂ, ਔਰ ਇਸ ਦੇ ਬਾਅਦ ਜਿਹੜੀਆਂ ਐਗਰੀਕਲਚਰ ਲੈਂਡ ਹੈ ਜਾਂ ਨਾਨ ਮਿਊਨਿਸਪਲ ਪ੍ਰਾਪਰਟੀਆਂ ਦੇ ਉੱਤੇ ਹੈ, ਪਰ ਉਹ ਵੀ ਜੇਕਰ 5 ਸਾਲ ਦੇ ਅੰਦਰ ਅੰਦਰ ਦੀਆਂ ਤੇ ਪਰ ਇਸ ਦੇ ਇਲਾਵਾ 5 ਸਾਲ ਦੀ ਓਨਰਸ਼ਿਪ ਹੋਵੇ ਸਰ। ਜੀ 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 5 ਸਾਲ ਦੀ ਓਨਰਸ਼ਿਪ ਜ਼ਰੂਰੀ ਹੈ, ਦੀ ਓਨਰਸ਼ਿਪ ਹੋਵੇ ਔਰ ਇੱਕੋ ਵਾਰੀ ਰਾਈਟ ਮਿਲੇਗਾ ਤੁਹਾਨੂੰ। ਅੱਛਾ, ਓਨਲੀ ਵਾਂਸ, only once in your lifetime right will be given to you, get the property vacated। ਓਕੇ, ਦੁਬਾਰਾ ਨਹੀਂ ਮਿਲੇਗਾ? ਦੁਬਾਰਾ ਨਹੀਂ ਮਿਲੇਗਾ, ਇੱਕੋ ਵਾਰੀ ਮਿਲੇਗਾ ਔਰ ਇੱਕੋ ਹੀ ਪ੍ਰਾਪਰਟੀ ਤੇ ਮਿਲੇਗਾ। ਓਕੇ ਓਕੇ। ਅੱਛਾ, ਇੱਕ ਹੋਰ ਦੱਸੋ, ਇਹਦੇ ਵਿੱਚ ਇੱਕ ਹੋਰ ਜਿਹੜਾ ਹੈ ਤਾਂ ਬਿਲਕੁਲ ਸਿੱਧਾ ਨਹੀਂ ਜੁੜਿਆ, ਕਈ ਦਫਾ ਇਹ ਕੇਸਸ ਦੇਖਣ ਵਿੱਚ ਆਉਂਦੇ ਹੈ ਕਿ ਉੱਥੇ ਕਿਸੇ ਨੇ ਫਰਾਡ ਕਰ ਲਿਆ ਇੱਥੋਂ ਦੀ NRI ਦੇ ਕਿਸੇ ਦੀ ਪ੍ਰਾਪਰਟੀ ਦੇ ਨਾਲ, ਔਰ ਉਹਦੇ ਬਾਅਦ ਨਾਲ ਉਹਦਾ ਪਰਚਾ ਵੀ ਦਾਖਲ ਕਰਾਤਾ ਤਾਂ ਕਿ ਉਹ ਇੱਥੋਂ ਦਾ ਬੰਦਾ ਉੱਥੇ ਜਾ ਕੇ ਆਪਣਾ ਕੇਸ ਲੜ ਵੀ ਨਾ ਸਕੇ। ਇਹਦੇ ਲਈ ਕੋਈ ਸੇਫਗਾਰਡ ਇਸ ਐਕਟ ਵਿੱਚ ਕੀਤਾ ਗਿਆ? ਇਹ ਸਰ ਬੜੀ, ਇਸ ਐਕਟ ਦੇ ਵਿੱਚ ਤਾਂ ਇਹਦਾ ਸੇਫਗਾਰਡ ਨਹੀਂ ਹੈ ਕਿਉਂਕਿ ਇਹ ਸਿਵਲ ਐਕਟ ਹੈ, ਬਟ ਇਹ ਬੜੀ ਕਾਮਨ ਪ੍ਰੋਬਲਮ ਅਸੀਂ ਦੇਖੀ ਹੈ ਕਿਉਂਕਿ ਕਾਫੀ NRI ਦੇ ਕੇਸਿਸ ਮੈਂ ਡੀਲ ਕਰਦਾ ਹਾਂ ਜੀ, ਜਿੱਥੇ ਲੋਕ ਲੋਕਲ ਉਹਨਾਂ ਦਾ ਕਬਜ਼ਾ ਕਰਦੇ ਨੇ, ਪਹਿਲਾਂ ਪ੍ਰਾਪਰਟੀ ਤੇ ਜਾਲੀ ਕਾਗਜ਼ ਬਣਾ ਕੇ ਔਰ ਬਾਅਦ ਚ ਝੂਠੀ FIR ਵੀ ਦਰਜ ਕਰਾ ਦਿੰਦੇ ਨੇ, ਜਿਹਦੇ ਵਿੱਚ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਾ ਦਿੰਦੇ ਨੇ ਤਾਂ ਕਿ ਹਿੰਦੁਸਤਾਨ ਨਾ ਆ ਸਕੇ, ਤੇ ਜੇ ਉਹ ਹਿੰਦੁਸਤਾਨ ਆ ਜਾਵੇ ਤਾਂ ਉਹਦਾ ਪਾਸਪੋਰਟ ਸਰੈਂਡਰ ਹੋ ਜਾਏ, ਵਾਪਸ ਨਾ ਜਾ ਸਕੇ ਜੀ। ਇਹੋ ਜਿਹੀ ਚੀਜ਼ ਵੀ ਪੰਜਾਬ ਗਵਰਨਮੈਂਟ ਦੀ ਨਜ਼ਰ ਵੀ ਸੀ। ਅੱਜ ਤੋਂ ਪਿਛਲੇ ਸਾਲ ਉਹਨਾਂ ਨੇ ਲੋਕਲ IG ਸਾਡੇ ਮਿਸਿਸ ਗੁਰਪ੍ਰੀਤ ਦੀ ਉਹ ਸੀ ਡਿਊਟੀ ਲਾਈ ਸੀਗੀ ਕਿ ਤੁਸੀਂ ਰਿਵਿਊ ਕਰੋ ਐਸੇ ਕਿੰਨੇ ਕੇਸਿਸ ਹੈ ਜਿਨ੍ਹਾਂ ਦੇ ਵਿੱਚ ਝੂਠੇ ਕੇਸ ਆਏ ਗਏ ਨੇ ਜੀ, ਔਰ ਕਾਫੀ ਕੇਸਾਂ ਦਾ ਇਹ ਵਿਊ ਆਇਆ ਸੀਗਾ ਕਿ ਇਹ ਝੂਠੇ ਕੇਸ ਨੇ ਔਰ ਪੰਜਾਬ ਗਵਰਨਮੈਂਟ ਨੇ ਕੈਂਸਲ ਵੀ ਕੀਤੇ ਸੀ ਜੀ, ਪਰ ਇਹ ਡਾਇਰੈਕਟਲੀ ਇਸ ਐਕਟ ਦੇ ਨਾਲ ਨਹੀਂ ਲੱਗਣੇ ਕਿਉਂਕਿ ਇਹ ਐਕਟ ਸਿਵਲ ਐਕਟ ਨੇ, ਉਹ ਇੱਕ ਅਲੱਗ ਐਕਟ ਬਣਨਾ ਚਾਹੀਦਾ ਜਿੱਥੇ ਕੋਈ ਨਾ ਕੋਈ ਸਿਕਿਉਰਿਟੀ ਆਫ ਲਾਈਫ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਆਪਣੀ ਲਿਟੀਗੇਸ਼ਨ ਲੜ ਸਕਣ ਜੀ। ਮਨਦੀਪ ਜੀ, ਇੱਕ ਹੋਰ, ਸਮਾਂ ਸਾਡੇ ਕੋਲ ਬਹੁਤ ਥੋੜਾ ਹੈ ਪਰ ਅਸੀਂ ਇੱਕ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਕੋਲ ਜਾਣਕਾਰੀ ਚਾਹੁੰਦੇ ਹਾਂ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਜਾਂ ਕਨਸਟੀਟਿਊਸ਼ਨਲ ਸਿਸਟਮ ਹੈ ਉਹਦੇ ਵਿੱਚ 4 ਵਿੰਗ ਵੱਖਰੇ ਬਿਲਕੁਲ ਡਿਫਾਈਨ ਕੀਤੇ ਗਏ ਹੈ, ਜਿਹਦੇ ਵਿੱਚ ਜੁਡੀਸ਼ਰੀ ਹੈ, ਐਗਜ਼ੀਕਿਊਟਿਵ ਹੈ, ਲੈਜਿਸਲੇਚਰ ਹੈ, ਪ੍ਰੈਸ ਹੈ। ਜਿਹੜੀਆਂ ਐਗਜ਼ੀਕਿਊਟਿਵ ਦੀਆਂ ਪਾਵਰ, ਲੈਜਿਸਲੇਚਰ ਦੀਆਂ ਪਾਵਰਸ ਤੇ ਜੁਡੀਸ਼ਰੀ ਦੀਆਂ ਪਾਵਰ ਬਿਲਕੁਲ ਡਿਫਾਈਨਡ ਹੈ, ਪਰ ਇਹ ਕੀ ਕਾਰਨ ਹੈ ਕਿ ਹੁਣ ਜੁਡੀਸ਼ੀਅਲ ਪਾਵਰਸ ਜਿਹੜੀਆਂ ਉਹ ਜੁਡੀਸ਼ਰੀ ਤੋਂ ਹਟਾ ਕੇ ਐਗਜ਼ੀਕਿਊਟਿਵ ਆਪਣੇ ਕੋਲ ਲੈਣਾ ਚਾਹੁੰਦੀ ਹੈ, ਇਹ ਔਰ ਲੈਜਿਸਲੇਚਰ ਦੀ ਮਦਦ ਦੇ ਨਾਲ? ਮਤਲਬ ਇਸੇ ਬਾਰੇ ਅਸੀਂ ਕਾਫੀ ਦਿਨਾਂ ਤੋਂ ਤਸੱਦਦ ਕਰ ਰਹੇ ਹਾਂ ਪੰਜਾਬ ਦੇ ਵਿੱਚ ਜੀ, ਅਸੀਂ ਸਟ੍ਰਾਈਕਸ ਵੀ ਕੀਤੀਆਂ ਹੋਈਆਂ ਨੇ ਜੀ ਕਿ ਜਿਹੜੀਆਂ ਤੁਸੀਂ ਪਾਵਰਸ ਕੰਟਰੋਲ ਕਰ ਰਹੇ ਹੋ ਜੁਡੀਸ਼ਰੀ ਦੀਆਂ, ਕਿਉਂਕਿ ਜੁਡੀਸ਼ਰੀ ਥੋੜੀ ਇੰਡੀਪੈਂਡੈਂਟ ਵਿੰਗ ਹੈ ਸਾਡੇ ਇੰਡੀਆ ਦੇ ਵਿੱਚ, ਹਾਈ ਕੋਰਟ ਦੇ ਅੰਡਰ ਹੈ, ਫਿਰ ਸੁਪਰੀਮ ਕੋਰਟ ਦੇ ਅੰਡਰ ਹੈ ਜੀ, ਜਦਕਿ ਐਗਜ਼ੈਕਟਿਵ ਐਂਡ ਲੈਜਿਸਲੇਸ਼ਨ ਆਰ ਟੋਟਲੀ ਗਵਰਨਮੈਂਟ ਓਨਡ ਬਿਲਕੁਲ ਬਿਲਕੁਲ ਬਿਲਕੁਲ। ਸੋ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਪੰਜਾਬ ਰੈਂਟ ਕੰਟਰੋਲ ਐਕਟ ਲਈ ਇਹੀ ਹੈ ਕਿ ਇਹ ਜੱਜਿਸ ਤੋਂ ਪਾਵਰ ਲੈ ਕੇ SDMs ਨੂੰ ਪਾਵਰ ਦੇ ਦਿੰਦੇ। ਹਾਂਜੀ ਹਾਂਜੀ ਹਾਂਜੀ, ਤੇ SDM ਜਿਹੜੇ ਅਪਾਇੰਟਡ ਹੈਗੇ ਨੇ ਪੰਜਾਬ ਗਵਰਨਮੈਂਟ ਦੇ ਨੇ, ਔਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਗ੍ਹਾ ਤੇ ਲੈਂਡ ਮਾਫੀਆ ਦੇ ਲਿੰਕਸ ਮਿਨਿਸਟਰਸ ਜਾਂ MLAs ਨਾਲ ਜ਼ਰੂਰ ਹੁੰਦੇ ਨੇ ਜੀ 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 ਜੀ। ਸੋ ਅਸੀਂ ਇਸੇ ਬਾਰੇ ਸਾਰੇ ਐਡਵੋਕੇਟਸ ਪੰਜਾਬ ਦੇ ਥੋੜੇ ਸਟ੍ਰਾਈਕ ਤੇ ਪਿਛਲੇ 10 ਦਿਨ ਤੋਂ ਚੱਲ ਰਹੇ ਹਾਂ ਕਿ ਐਟ ਲੀਸਟ ਪਾਵਰਸ ਜਿਹੜੀਆਂ ਜੁਡੀਸ਼ੀਅਲ ਪਾਵਰਸ ਨੂੰ ਕਰਟੇਲ ਨਾ ਕੀਤਾ ਜਾਵੇ, ਐਕਟ ਜ਼ਰੂਰ ਬਣਾਓ ਬਟ ਗਿਵ ਦ ਪਾਵਰਸ ਟੂ ਦ ਜੁਡੀਸ਼ੀਅਲ ਆਫੀਸਰਸ ਜਿਹੜੇ ਬਾਇਸ ਤਾਂ ਨਹੀਂ ਹੈ ਪ੍ਰੋ ਗਵਰਨਮੈਂਟ ਜੀ ਜੀ ਬਿਲਕੁਲ। ਗਵਰਨਮੈਂਟ ਥੋੜਾ ਜਿਹਾ ਹਾਲੇ ਇਸ ਬਾਰੇ ਸੁਣ ਨਹੀਂ ਰਹੀ, ਬਟ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਥੋੜੇ ਦਿਨਾਂ ਦੇ ਵਿੱਚ ਅਸੀਂ ਇਸ ਬਾਰੇ ਜ਼ਰੂਰ ਡਿਸਕਸ ਕਰਾਂਗੇ। ਠੀਕ ਹੈ, ਕਿਉਂਕਿ ਜਦੋਂ ਤੱਕ ਇੰਡੀਪੈਂਡੈਂਟ ਜੁਡੀਸ਼ਰੀ ਵਰਲਡ ਦੇ ਵਿੱਚ ਜਾਂ ਤੁਹਾਡੀ ਕੰਟਰੀ ਵੀ ਸਟਰੋਂਗ ਨਾ ਹੋਵੇ ਹਾਂਜੀ ਤਦ ਤੱਕ ਤੁਸੀਂ ਅੱਗੇ ਡਿਵੈਲਪ ਨਹੀਂ ਹੋ ਸਕਦਾ ਨੇਸ਼ਨ। ਨੋ ਡਾਊਟ ਇੰਡੀਆ ਇਜ਼ ਅ ਡਿਵੈਲਪਿੰਗ ਨੇਸ਼ਨ, ਕਾਫੀ ਡਿਵੈਲਪ ਹੋ ਰਿਹਾ ਹੈ, ਬਟ ਕਿਤੇ ਨਾ ਕਿਤੇ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ ਕਿ ਜੁਡੀਸ਼ੀਅਲ ਪਾਵਰਸ ਨੂੰ ਕਰਟੇਲ ਕੀਤਾ ਜਾਵੇ ਜੀ, ਤੇ ਇਹ ਸਾਰੀਆਂ ਪਾਵਰਸ ਆਪਣੇ ਹੱਥ ਤੇ ਰੱਖੀਆਂ ਜਾਣ, ਜਿਹੜਾ ਕਿ ਗਲਤ ਟ੍ਰੈਂਡ ਹੈ ਜੀ। ਇਹਦੇ ਨਾਲੋਂ ਚੰਗਾ ਇਹ ਨਹੀਂ ਹੋਏਗਾ ਕਿ ਜਿਸ ਤਰੀਕੇ ਨਾਲ ਇਹ ਕਰ ਰਹੇ ਸਿੱਧੀਆਂ ਪਾਵਰ MLA ਨੂੰ ਹੀ ਦੇ ਦੇਣ, ਉਹ ਜੋ ਫੈਸਲਾ ਕਰ ਦਿਆ ਕਰੇ ਉਹ ਲਾਗੂ ਹੋ ਜਾਇਆ ਕਰੇ। ਦੇਖੋ ਇਹੀ ਗੱਲ ਅਸੀਂ ਪਿੱਛੇ ਇੱਕ ਧਰਨਾ ਹੋਇਆ ਸੀ ਸਾਡਾ, ਉੱਥੇ ਕਿਹਾ ਸੀਗਾ ਪਿੱਛੇ ਇੱਕ ਪੁਲਿਸ ਦੀਆਂ ਪਾਵਰ ਸਾਰੇ SHOs ਸਾਰੇ DSP ਇੱਕ MLA ਦੇ ਅੰਡਰ ਕਰ ਦਿੱਤੇ ਸੀ ਇਹਨਾਂ ਨੇ ਜੀ ਜੀ, ਹੁਣ ਵੀ ਉੱਥੇ ਚੱਲ ਰਹੇ ਨੇ। ਅੱਛਾ ਅੱਛਾ, ਕਰਤਾ MLA। ਹਾਂ, ਇਹਦਾ ਮਤਲਬ ਮੇਰਾ ਆਈਡੀਆ ਕੋਈ ਨਵਾਂ ਨਹੀਂ ਹੈਗਾ, ਆਲਰੇਡੀ ਲਾਗੂ ਹੋ ਚੁੱਕਾ ਹੈ ਤੁਹਾਡਾ। ਹਾਂ, ਆਲਰੇਡੀ ਪੁਲਿਸ ਸਿਸਟਮ ਵਿੱਚ ਲਾਗੂ ਹੋ ਚੁੱਕਾ ਹੈ, ਜਿਹੜਾ ਕਿ ਕਾਫੀ ਗਲਤ ਇਫੈਕਟ ਦੇ ਰਿਹਾ ਹੈ ਕਿਉਂਕਿ ਇੰਡੀਪੈਂਡੈਂਸ ਆਫ ਪੁਲਿਸ ਸਿਸਟਮ ਆਲਰੇਡੀ ਖਤਮ ਹੋ ਚੁੱਕਾ ਹੈ। ਸੋ ਇਹੀ ਚੀਜ਼ਾਂ ਕੋਸ਼ਿਸ਼ ਕਰ ਰਹੇ ਨੇ ਕਈ ਨਾ ਕਈ ਜੁਡੀਸ਼ੀਅਲ ਵਿੰਗਸ ਦੇ ਵਿੱਚ ਵੀ ਕਰ ਰਹੇ ਨੇ, ਜਿਹਦੇ ਬਾਰੇ ਸਾਡੀ ਐਟਲੀਸਟ ਐਜ਼ ਅ ਸੈਂਸੀਬਲ ਸਿਟੀਜ਼ਨ ਸਾਡੀ ਡਿਊਟੀ ਹੈ ਕਿ ਅਸੀਂ ਇਹਨੂੰ ਕੰਟੈਸਟ ਕਰੀਏ
ਠੀਕ ਹੈ। ਸਾਨੂੰ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਆਮ ਸਿਟੀਜ਼ਨ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜੀ ਅਸੀਂ ਇਹ ਸਟ੍ਰਾਈਕ ਕੀਤੀ ਹੋਈ ਹੈ ਇਹਦੇ ਵਿੱਚ ਸਾਡਾ ਕੋਈ ਇੰਟਰਸਟ ਨਹੀਂ। ਠੀਕ ਹੈ। ਅਸੀਂ ਤਾਂ ਐਸਡੀਐਮ ਕੋਰਟ 'ਚ ਵੀ ਪੇਸ਼ ਹੋ ਜਾਾਂਗੇ, ਅਸੀਂ ਤਾਂ ਬਿਲਕੁਲ, ਤੁਹਾਨੂੰ ਤੇ ਉਹਦੇ 'ਚ ਕੋਈ ਦਿੱਕਤ ਨਹੀਂ। ਠੀਕ ਕਹਿ ਰਹੇ ਹੋ। ਸੋ ਸਾਰਾ ਜਿਹੜਾ ਇੰਟਰਸਟ ਹੈ ਇਹ ਆਮ ਬੰਦੇ ਦੀ ਲੜਾਈ ਹੈ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿਉਂਕਿ ਇਹ ਬਿਲਕੁਲ ਤਕਨੀਕੀ ਵਿਸ਼ਾ ਹੈ, ਅਦਾਲਤਾਂ ਦਾ, ਕੋਰਟਸ ਦਾ, ਕਾਨੂੰਨ ਦਾ। ਅਗਰ ਹਿੰਦੁਸਤਾਨ 'ਚ ਕੋਈ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਪ੍ਰਫੁੱਲਤ ਹੈ ਔਰ ਬੜੀ ਅੱਛੀ ਚੱਲ ਰਹੀ ਹੈ, ਉਹ ਲਾਅ ਮੇਕਿੰਗ ਇੰਡਸਟਰੀ ਹੈ। ਰੋਜ਼ ਨਵੇਂ ਕਾਨੂੰਨ ਬਣਦੇ ਆ ਔਰ ਨਵੀਆਂ ਉਲਝਣਾਂ ਵੀ ਪੈਦਾ ਹੁੰਦੀਆਂ। ਜਿੰਨਾ ਕੁ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਈ ਤਾਣੀਆਂ ਉਲਝ ਜਾਂਦੀਆਂ। ਪਰ ਜੇ ਤੁਹਾਡਾ ਕੋਈ ਵੀ ਸਵਾਲ ਹੋਏ ਐਗਰੀਕਲਚਰ, ਦੂਸਰੀ ਔਰ ਇਹ ਜਿਹੜੇ ਮੁੱਦੇ ਦੱਸੇ ਹੈ, ਤੁਸੀਂ ਜ਼ਰੂਰ ਸਾਨੂੰ ਈਮੇਲ ਕਰਨਾ। ਡਿਸਟ੍ਰਿਕਟ ਪ੍ਰੈਜ਼ੀਡੈਂਟ ਮਨਦੀਪ ਸਿੰਘ ਸਚਦੇਵਾ, ਤੁਹਾਨੂੰ ਉਹਨਾਂ ਦੇ ਜਵਾਬ ਵੀ ਅਸੀਂ ਉਹਨਾਂ ਦੇ ਕੋਲੋਂ ਤੁਹਾਨੂੰ ਲੈ ਕੇ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਤੇ ਅਖੀਰ ਵਿੱਚ ਤੁਸੀਂ ਕੋਈ ਸੁਨੇਹਾ ਮਨਦੀਪ ਜੀ ਕੋਈ ਦੇਣਾ ਚਾਹੁੰਦੇ ਹੋ? ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ ਜੀ ਕਿ ਹਿੰਦੁਸਤਾਨ ਤੁਹਾਡੀ ਉਡੀਕ ਕਰ ਰਿਹਾ ਹੈ। ਆਪਣੇ ਦੇਸ਼ ਦੀ ਤਰੱਕੀ ਵਾਸਤੇ ਜ਼ਰੂਰ ਹੈਲਪ ਕਰੋ। ਛੋਟੀ ਮੋਟੀ ਮੁਸ਼ਕਲਾਤਾਂ ਡਿਵੈਲਪਿੰਗ ਨੇਸ਼ਨਸ ਆਉਂਦੀਆਂ ਨੇ, ਆਓ ਆਪਣੇ ਦੇਸ਼ ਵਿੱਚ ਵਾਪਸ ਆਓ ਔਰ ਹਿੰਦੁਸਤਾਨ ਨੂੰ ਵੀ ਉਹ ਜਿਸ ਦੇਸ਼ 'ਚ ਤੁਸੀਂ ਰਹਿੰਦੇ ਉਹਦਾ ਵਰਗਾ ਖੁਸ਼ਹਾਲ ਕਰੋ। ਠੀਕ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਇਹ ਸਨ ਮਨਦੀਪ ਸਿੰਘ ਸਚਦੇਵਾ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਣੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਦੋ ਮੁੱਖ ਮੁੱਦੇ ਰੱਖੇ। ਇੱਕ ਤਾਂ ਗੁਰੂ ਸਾਹਿਬ ਦੀਆਂ ਉਹ ਪਾਵਨ ਯਾਦ, ਜਿਹੜੀਆਂ ਉਹਨਾਂ ਦੀਆਂ ਪਾਵਨ ਯਾਦਗਾਰੀ ਵਸਤਾਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਲਗਾ ਸਕਦਾ, ਜਿਹੜੀਆਂ ਨਾਭੇ ਦੇ ਉਸ ਸ਼ਾਹੀ ਪਰਿਵਾਰ ਦੇ ਕੋਲ ਸਨ। ਪਰ ਉੱਥੇ ਉਹ ਪੁਰਾਤਨ ਜਗ੍ਹਾ, ਉਹ ਮਹਿਲ ਔਰ ਉਹ ਸਾਰਾ ਕੁਝ, ਉਸ ਨੂੰ ਇੱਕ ਐਗਰੀਕਲਚਰ ਲੈਂਡ ਕਹਿ ਕੇ ਬਹੁਤ ਵੱਡੇ ਇੱਕ ਫਰਾਡ ਦੇ ਤਹਿਤ ਉਹ ਸਾਰਾ ਕੁਝ ਖੁਰਦ-ਬੁਰਦ ਕਰ ਦਿੱਤਾ ਗਿਆ। ਔਰ ਜਿਸ ਦੇ ਵਿੱਚ ਹੁਣ ਇਨਵੈਸਟੀਗੇਸ਼ਨ ਤਾਂ ਹੋ ਰਹੀ ਹੈ, ਛਾਣਬੀਣ ਹੋ ਰਹੀ ਹੈ, ਪਰ ਇਹ ਨੁਕਸਾਨ ਕਿੱਥੇ ਤੱਕ ਹੋਇਆ ਔਰ ਕਿਤਨਾ ਹੋਇਆ, ਇਹਦੇ ਬਾਰੇ ਜ਼ਰੂਰ ਜਾਣਕਾਰੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਇਸ ਦੀ ਤੁਰੰਤ ਪੂਰੀ ਛਾਣਬੀਣ ਕਰਕੇ ਰਿਪੋਰਟ ਦੇਵੇ ਔਰ ਇਹਦੇ ਲਈ ਕਾਰਵਾਈ ਕਰੇ। ਪਰ ਪੰਜਾਬ ਸਰਕਾਰ ਦੇ ਹੁੰਦਿਆਂ ਔਰ ਪੰਜਾਬ ਦੇ ਵਿੱਚ ਹੁੰਦਿਆਂ ਅਗਰ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣੀ, ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਵੀ ਕਈ ਦਫਾ ਐਸਾ ਵੇਖਣ 'ਚ ਆਇਆ ਕਿ ਪੰਜਾਬ ਦੀਆਂ ਉਹ ਇਤਿਹਾਸਕ ਵਸਤਾਂ, ਭਾਵੇਂ ਉਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਣ ਜਾਂ ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਦਾ ਤਾਲੁਕ ਹੋਏ, ਉਹ ਅਮੂਮਨ ਤੁਸੀਂ ਵੇਖਦੇ ਹੋ ਕਿ ਬਾਹਰ ਦੇ, ਯੂਰਪ ਦੇ, ਲੰਡਨ ਦੇ ਜਾਂ ਹੋਰ ਥਾਵਾਂ ਦੇ ਉੱਤੇ ਉਹ ਨਿਲਾਮ ਘਰਾਂ ਦੇ ਵਿੱਚ ਪਹੁੰਚ ਜਾਂਦੀਆਂ ਹਨ। ਇਹ ਜਿਹੜਾ ਬਹੁਤ ਵੱਡਾ ਇੱਕ ਧੋਖਾ ਪੂਰੀ ਕੌਮ ਦੇ ਨਾਲ ਔਰ ਪੂਰੀ ਕੌਮ ਨੂੰ ਲੁੱਟਮਾਰ ਕਰਨ ਦੀ ਜਿਹੜੀ ਕੋਝੀ ਸਾਜ਼ਿਸ਼ ਰਚੀ ਜਾਂਦੀ ਹੈ, ਇਸ ਦੇ ਲਈ ਕੋਈ ਕਾਨੂੰਨੀ ਬੰਨ੍ਹ ਨੂੰ ਬੰਨ੍ਹਣ ਦੀ ਲੋੜ ਹੈ। ਪਰ ਉਹ ਤਾਂ ਹੀ ਹੋ ਸਕੇਗਾ ਜੇਕਰ ਸਿੱਖ ਖੁਦ ਵੀ ਸੁਚੇਤ ਹੋਣਗੇ। ਤੁਸੀਂ ਜ਼ਰੂਰ ਆਪਣੇ ਵਿਚਾਰ ਇਸ ਦੇ ਬਾਰੇ ਭੇਜ ਸਕਦੇ ਹੋ, ਦੇ ਸਕਦੇ ਹੋ ਕਿ ਕੀ ਕੀਤਾ ਜਾਣਾ ਚਾਹੀਦਾ ਹੈ। ਉਸ ਵਿਰਸੇ ਨੂੰ, ਉਸ ਵਿਰਾਸਤ ਨੂੰ ਸਾਂਭਣ ਦਾ ਸਾਡੇ ਕੋਲ ਕਿਹੜਾ ਸਹੀ ਢੰਗ ਹੈ। ਇਸ ਦੇ ਇਲਾਵਾ ਜਿਹੜੀ ਦੂਸਰਾ ਮੁੱਦਾ ਅਸੀਂ ਆਪ ਜੀ ਨਾਲ ਸਾਂਝਾ ਕੀਤਾ ਕਿ ਉਹ ਲੈਂਡ ਰੈਵਨਿਊ ਐਕਟ, ਜਿਹੜਾ ਐਗਰੀਕਲਚਰ ਲੈਂਡ ਦੇ ਬਾਰੇ ਪੰਜਾਬ ਸਰਕਾਰ ਨੇ ਉਹ ਕਾਨੂੰਨ ਪਾਸ ਕੀਤਾ ਹੈ, ਜਿਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਹੁਣ ਕੋਈ ਵੀ ਤੁਹਾਡੀ ਅਗਰ ਕੋਈ ਜ਼ਮੀਨੀ ਜਾਇਦਾਦ ਅਗਰ ਕੋਈ ਹੈਗੀ ਹੈ, ਐਗਰੀਕਲਚਰ ਲੈਂਡ ਅਗਰ ਪੱਟੇ ਦੇ ਉੱਤੇ ਦਿੱਤੀ ਹੈ ਜਾਂ ਹੋਰ ਕੋਈ ਦੂਸਰੀ ਜਾਇਦਾਦ ਹੈ ਜਿਹੜੀ ਸ਼ਹਿਰੀ ਖੇਤਰ ਵਿੱਚ ਨਹੀਂ ਬਲਕਿ ਕਿਸੇ ਪਿੰਡ ਦੇ ਵਿੱਚ ਹੈ ਜਿੱਥੇ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਹੈ, ਤਾਂ ਤੁਸੀਂ ਉਸ ਨੂੰ ਖਾਲੀ ਕਰਵਾ ਸਕਦੇ ਹੋ। ਇਹ ਨਵਾਂ ਬਿੱਲ
सरकार ने पास कर दिता है। इस दे अलावा जिहड़ी शहरी ज़मीन है या शहरी जायदाद है उस दे लई पहलां ही कानून पास किया होया है, पर इस नूं अमल विच लियाण लग्गियां जिहड़ियां दिक्कतां हुंदियां वो वखरियां, वो तुसीं जिहड़ियां महसूस खुद भी करदे हो कि वो कितनियां दिक्कतां उस दे विच सामने पेश आंदियां। अगर तुहाडा इहदे बारे कोई भी सवाल होए इन्हां प्रॉपर्टीज़ दे बारे, भावें वो शहरी हन या दूसरियां हन, अगर तुसी किसी भी कानूनी नुकते की जानकारी चाहते हो तो तुसी सानू ईमेल कर सकते हो या फ़ोन करके असी तुहानू सही जानकारी पहुँचाने की कोशिश करांगे। इस दे अलावा जिहड़ा दूसरा डिस्ट्रिक्ट बार एसोसीएशन वालों पंजाब दियां सारियां बार्स वालों कोशिश करके एक एजिटेशन की जा रही है कि ਜਿਹੜੀਆਂ पावर्स, ਜਿਹੜੀਆਂ मुकदमियां दे हल करन दी पावर अगर अदालत कोल सी, सरकार ने उस नूं अदालतां दे कोलों हटा के उन्हां नूं एग्जीक्यूटिव मैजिस्ट्रेट्स दे कोल देण दी गल कीती जा रही है। अगर ये हो जाता है तो कुदरती तौर दे उत्ते न्याय मिलण विच या इंसाफ मिलण विच कई प्रश्न चिन्ह जरूर लग जाएंगे। उसका कारण है कि जिहड़ियां अदालतां हन वो हाई कोर्ट के अधीन हन, लॉ मिनिस्ट्री के अधीन हन, पर जेकर जिहड़ियां मैजिस्ट्रेट्स दीयां अदालतां जिहड़ियां एग्जीक्यूटिव मैजिस्ट्रेट्स दीयां हन, SDM दीयां हन, उन्हां दा पिछोकड़ कानूनी नहीं है और ना ही वो कानूनदान हन, पर उन्हां नूं कानून दीयां ये पावर्स दे देणियां एक किस्म नाल कानून दे नाल ही मजाक कहा जा सकता है। पर सरकार ने फैसला लिया और इस नूं लागू करन दे लई वो बजिद भी है। एजिटेशन जारी है। इसका नतीजा की निकलता है इस दे बारे अजे कुछ कहना बड़ा मुश्किल है, पर इस दे नाल एक गल जरूर कही जा सकती है कि 4 विंग हैं किसी भी सरकार नूं चलाण दे। एक एग्जीक्यूटिव है जिहड़ी एडमिनिस्ट्रेशन है, एक लैजिस्लेचर है जिहड़ी कानून साज है जिहदे चों कानून पास किए जाते हैं, बनाए जाते हैं, एक जुडिशरी है जिहदे विच अदालतां दे विच उस दे बारे कोई भी व्याख्या करनी है तो वो अदालती प्रक्रिया दे विचों उसनूं लंघना पैंदा है, और चौथा जो है वो प्रेस है। किसी भी सिस्टम दे, डेमोक्रेसी दे, सरकार दे ये 4 थंब मन्ने जाते हैं, पर हौले हौले वेखण विच आंदा है कि सरकार ने जुडिशरी है या एग्जीक्यूटिव है या होर कोई भी जिहड़ियां पावर्स हैं वो सारियां अपने कोल रखणियां चाहदियां हैं। इस दे लई एक बहुत ही दिलचस्प वार्ता का जिक्र करना जरूरी है। देश की वंड के बाद किसी एक सूबे के मुख मंत्री ने अपने चीफ सैकटरी नूं सद्दिया और कहा कि मैं जानना चाहता तुहाड़ियां की पावर्स है तो साड़ियां की पावर्स है। तो उस मुख सकत्तर ने कहा कि तुहाड़ी पावर है तुसी कानून बनाना है, असी कानून लागू करना है, एग्जीक्यूटिव का काम लागू करना है, तुसी कानून बनाना है। काफ़ी देर तक मुख मंत्री सोचते रहे और उसके बाद उन्होंने कहा इस तरह करो, कानून तुसी बना दो, लागू असी करया करांगे। जिसका काम लैजिस्लेट करना है वो अपना काम करना नहीं चाहता या कर नहीं सकता, और जिहड़ियां एग्जीक्यूटिव दीयां पावर्स हैं वो अपने अधीन रखना चाहता है, जिस करके ये सारा निज़ाम उत्थे दा और इत्थे दा यही फर्क है। इत्थे एडमिनिस्ट्रेशन अपना काम करती है, अदालतां अपना काम करदियां हैं, पर साडे वतन विच इन्हां दोनों नूं एक दूजे का मिलगोबा बना के पेश कर दिता जाता है, जिहदे करके ये सारियां प्रॉब्लम्स और ये सारियां दिक्कतां तुहाडे सामने हैं। सो इस प्रोग्राम के बारे तुसी अपने विचार जरूर लिख भेजना, और जेकर कोई भी तुहाडे सवाल होण जिहड़े एग्रीकल्चर या नॉन एग्रीकल्चर प्रॉपर्टी दे लिटिगेशन के बारे या होर किसी चीज़ बारे होण तां तुसी सानू भेज देना। असी
ਤੁਹਾਨੂੰ ਉਸ ਦਾ ਜਵਾਬ ਲੈ ਕੇ ਦੇਵਾਂਗੇ। ਤੁਸੀਂ ਆਪਣੇ ਈਮੇਲ lamba@getpunjabi.tv ਤੇ ਭੇਜ ਸਕਦੇ ਹੋ। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।